ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਡਿਸਕਸ ਕਰਾਂਗੇ ਮਹਾਤਮਾ ਗਾਂਧੀ ਜੀ ਦੀ ਲਾਈਫ ਬਾਰੇ। ਮਹਾਤਮਾ ਗਾਂਧੀ ਜੀ ਫਾਦਰ ਆਫ ਦ ਨੇਸ਼ਨ ਵੀ ਆਪਾਂ ਇਹਨਾਂ ਨੂੰ ਕਹਿੰਦੇ ਆ। ਐਂਡ ਇਹਨਾਂ ਦਾ ਸਭ ਤੋਂ ਇੰਪੋਰਟੈਂਟ ਰੋਲ ਰਿਹਾ ਆਪਣੀ ਇੰਡੀਅਨ ਨੈਸ਼ਨਲ ਮੂਵਮੈਂਟ ਤੇ ਆਜ਼ਾਦੀ ਦੀ ਜੰਗ ਦੇ ਵਿੱਚ। ਆਲਦੋ ਪੰਜਾਬ ਦੇ ਵਿੱਚ ਇਹਨਾਂ ਦੇ ਪਰਸਨੈਲਿਟੀ ਨੂੰ ਲੈ ਕੇ ਕਾਫੀ ਡਿਬੇਟ ਹੈ ਕਿ ਵੈਦਰ ਮਹਾਤਮਾ ਗਾਂਧੀ ਜੀ ਵਧੀਆ ਸੀ ਨਹੀਂ ਸੀ, ਇਹਨਾਂ ਦਾ ਕੀ ਰੋਲ ਸੀਗਾ। ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਭਗਤ ਸਿੰਘ ਨਾਲ ਵਿਚਾਰ ਵਟਾਂਦਰਾ ਹੋਇਆ ਵਾਇਲੈਂਸ ਅਤੇ ਨਾਨ ਵਾਇਲੈਂਸ ਦੇ ਆਈਡੀਆ ਨੂੰ ਲੈ ਕੇ, ਉਸ ਤੋਂ ਬਾਅਦ ਥੋੜ੍ਹੇ ਜਿਹੇ ਪੰਜਾਬ ਦੇ ਵਿੱਚ ਲੋਕ, ਮੈਂ ਹੇਟ ਤਾਂ ਨਹੀਂ ਕਹੂੰਗਾ ਲੇਕਿਨ ਡਿਸਲਾਈਕ ਜ਼ਰੂਰ ਕਰਦੇ ਹੈ। ਲੇਕਿਨ ਅੱਜ ਆਪਾਂ ਇਹਨਾਂ ਦੀ ਥੋੜ੍ਹੀ ਜਿਹੀ ਟਾਈਮ ਲਾਈਨ, ਥੋੜ੍ਹੀ ਜਿਹੀ ਇਹਨਾਂ ਦੇ ਇਤਿਹਾਸ ਬਾਰੇ ਪੜ੍ਹਾਂਗੇ। ਬਿਕੋਜ਼ ਤੁਹਾਡੇ ਜਿੰਨੇ ਵੀ ਪੇਪਰਸ ਹੈਗੇ ਹੈ, ਗਵਰਨਮੈਂਟ ਐਗਜ਼ਾਮਸ ਹੈ, ਉਹਦੇ ਵਿੱਚੋਂ ਕਦੇ ਨਾ ਕਦੇ ਕੋਈ ਨਾ ਕੋਈ ਸਵਾਲ ਇਹਨਾਂ ਦੇ ਉੱਪਰ ਪੁੱਛਿਆ ਜਾਂਦਾ ਹੈ। ਤੋ ਵਿਦਆਊਟ ਵੇਸਟਿੰਗ ਐਨੀ ਮੋਰ ਟਾਈਮ ਆਪਾਂ ਸਟਾਰਟ ਕਰਦੇ ਹਾਂ ਵਿਦ ਦਿਸ ਮੈਨ ਮਹਾਤਮਾ ਗਾਂਧੀ ਜੀ ਐਂਡ ਇਹਨਾਂ ਦੇ ਲਾਈਫ ਦੇ ਵਿੱਚ ਹੋਣ ਵਾਲੇ ਇੰਪੋਰਟੈਂਟ ਈਵੈਂਟਸ ਨੂੰ। ਤਾਂ ਦੇਖੋ, ਸਭ ਤੋਂ ਪਹਿਲਾਂ ਅਗਰ ਆਪਾਂ ਗਾਂਧੀ ਜੀ ਦੀ ਲਾਈਫ ਨੂੰ ਡਿਵਾਈਡ ਕਰੀਏ ਤਾਂ ਆਪਾਂ ਦੋ ਹਿੱਸਿਆਂ 'ਚ ਇਹਨਾਂ ਦੀ ਲਾਈਫ ਨੂੰ ਡਿਵਾਈਡ ਕਰਦੇ ਹਾਂ। ਜਿਹੜਾ ਪਹਿਲਾ ਹਿੱਸਾ ਹੈ ਉਹ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਇਹਨਾਂ ਦਾ ਲਾਈਫ ਹੈਗਾ ਉਹ ਨਿਕਲਦਾ ਹੈ। ਜਿਹੜਾ ਦੂਜਾ ਹਿੱਸਾ ਹੈ ਉਹ ਇੰਡੀਆ ਦੇ ਵਿੱਚ ਹੁੰਦਾ ਹੈ। ਤੋ ਗਾਂਧੀ ਜੀ ਇੱਕ ਬੈਰਿਸਟਰ ਸੀਗੇ। ਬੈਰਿਸਟਰ ਦਾ ਮਤਲਬ ਹੈ ਕਿ ਇੱਕ ਲਾਇਰ ਸੀਗੇ। ਐਂਡ ਇਹਨਾਂ ਦੀ ਸਾਰੀ ਜਿਹੜੀ ਪੜ੍ਹਾਈ ਸੀ ਲਾਅ ਦੀ ਉਹ ਇੰਗਲੈਂਡ ਤੋਂ ਹੋਈ ਸੀ। ਇੰਗਲੈਂਡ ਤੋਂ ਬਾਅਦ ਉਹ ਇੰਡੀਆ ਵਾਪਸ ਆਉਂਦੇ ਹੈ ਐਂਡ ਵਾਪਸ ਆ ਕੇ ਗੁਜਰਾਤ ਦੇ ਵਿੱਚ ਪ੍ਰੈਕਟਿਸ ਕਰਨਾ ਸ਼ੁਰੂ ਕਰਦੇ। ਲੇਕਿਨ ਇਹਨਾਂ ਨੂੰ ਜ਼ਿਆਦਾ ਕੋਈ ਕੰਮ ਉੱਥੇ ਮਿਲਦਾ ਨਹੀਂ ਹੈ ਅੰਟਿਲ ਇੱਕ ਸਾਊਥ ਅਫਰੀਕਾ ਤੋਂ ਇਹਨਾਂ ਨੂੰ ਇੱਕ ਪ੍ਰੋਜੈਕਟ ਮਿਲਦਾ ਹੈ। ਅਤੇ ਸਾਊਥ ਅਫਰੀਕਾ ਦੇ ਵਿੱਚ ਨਾ ਇਹ ਬੇਸਿਕਲੀ ਕੀ ਹੁੰਦਾ ਹੈ ਕਿ ਦਾਦਾ ਅਬਦੁੱਲਾ ਕਰਕੇ ਨਾ ਮਰਚੈਂਟ ਹੁੰਦੇ ਆ ਜਿਹੜੇ ਉੱਥੇ ਜਿੰਨੇ ਵੀ ਲੇਬਰ ਕੰਟਰੈਕਟਰ ਹੁੰਦੇ ਆ। ਤਾਂ ਜਿੰਨਾ ਵੀ ਲੇਬਰ ਸਾਊਥ ਅਫਰੀਕਾ ਦੀ ਪਲਾਂਟੇਸ਼ਨ ਕ੍ਰੌਪਸ 'ਚ ਚਾਹੀਦਾ ਹੁੰਦਾ ਹੈ ਉਹ ਸਾਰਾ ਲੇਬਰ ਉਹ ਇੰਡੀਆ 'ਚੋਂ ਪ੍ਰੋਵਾਈਡ ਕਰਦੇ ਸੀਗੇ। ਤਾਂ ਉਹ ਜਿਹੜੇ ਉੱਥੇ ਪਲਾਂਟੇਸ਼ਨ ਓਨਰ ਸੀਗੇ ਉਹਨਾਂ ਨੇ ਆਏ ਨਾ ਵੇਜ ਵਗੈਰਾ ਦੇਣੀ ਬੰਦ ਕਰਤੀ ਸੀ, ਸੈਲਰੀਆਂ ਦੇਣੀ ਬੰਦ ਕਰਤੀਆਂ ਸੀ। ਤਾਂ ਫਿਰ ਗਾਂਧੀ ਜੀ ਨੂੰ ਕਿਹਾ ਗਿਆ ਕਿ ਤੁਸੀਂ ਉੱਥੇ ਜਾਓ ਅਤੇ ਜਾ ਕੇ ਉਹਨਾਂ ਬੰਦਿਆਂ ਦੀਆਂ ਸੈਲਰੀਆਂ ਜਿਹੜੀਆਂ ਹੈ ਉਹ ਕਢਵਾਓ। ਤਾਂ ਗਾਂਧੀ ਜੀ ਉਸ ਕੇਸ ਨੂੰ ਪਰਸਿਊ ਕਰਦੇ ਸਾਊਥ ਅਫਰੀਕਾ ਚਲੇ ਜਾਂਦੇ ਆ। ਬਟ ਸਾਊਥ ਅਫਰੀਕਾ ਜੋ ਉਹਨਾਂ ਨਾਲ ਹੁੰਦਾ ਹੈ ਉਸ ਤੋਂ ਬਾਅਦ ਉਹ ਸਾਊਥ ਅਫਰੀਕਾ ਆਲਮੋਸਟ ਦੇਖੋ 1893 ਦੇ ਵਿੱਚ ਗਏ ਸੀਗੇ ਅਤੇ 1915 ਦੇ ਵਿੱਚ ਉਹ ਵਾਪਸ ਆਉਂਦੇ ਆ। ਤਾਂ ਆਲਮੋਸਟ 22 ਸਾਲ ਉਹ ਸਾਊਥ ਅਫਰੀਕਾ ਦੇ ਵਿੱਚ ਰਹਿੰਦੇ ਹੈ। ਸਾਊਥ ਅਫਰੀਕਾ 'ਚ ਹੋਣ ਵਾਲੀਆਂ ਰੇਸ਼ੀਅਲ ਡਿਸਕ੍ਰਿਮੀਨੇਸ਼ਨਸ ਜੋ ਇੰਡੀਅਨਸ ਨਾਲ ਹੁੰਦੀ ਉਹਦੇ ਨਾਲ ਬਹੁਤ ਹੀ ਜ਼ਿਆਦਾ ਉਹ ਲੜਾਈ ਲੜਦੇ ਹੈ। ਉੱਥੇ ਉਹਨਾਂ ਦੀ ਜਿਹੜੀ ਬਹੁਤ ਸਪੋਰਟ ਕਰਦੀ ਹੈ। ਲੇਕਿਨ ਇੰਡੀਆ ਦੇ ਵਿੱਚ ਉਹ ਬਹੁਤ ਸਾਲਾਂ ਬਾਅਦ ਆਉਂਦੇ ਜਦੋਂ ਉਹਨਾਂ ਦੇ ਪੋਲੀਟੀਕਲ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਹੁਣ ਵਾਪਸ ਆ ਜਾਓ ਐਂਡ ਇੰਡੀਆ ਦੇ ਵਿੱਚ ਉਹ ਵਾਪਸ ਆ ਜਾਂਦੇ ਆ। ਜਦੋਂ ਉਹ ਇੰਡੀਆ ਦੇ ਵਿੱਚ 1915 ਦੇ ਵਿੱਚ ਵਾਪਸ ਆਉਂਦੇ ਆ ਐਂਡ ਮੈਂ ਅਗਰ ਤੁਹਾਨੂੰ ਐਗਜ਼ੈਕਟ ਡੇਟ ਦੱਸਾਂ ਤਾਂ 9 ਜਨਵਰੀ 1915 ਨੂੰ ਉਹ ਵਾਪਸ ਆਉਂਦੇ ਆ। 9 ਜਨਵਰੀ ਨੂੰ ਆਪਾਂ ਪ੍ਰਵਾਸੀ ਭਾਰਤੀ ਦਿਵਸ ਵੀ ਸੈਲੀਬ੍ਰੇਟ ਕਰਦੇ ਹਾਂ ਕਿਉਂਕਿ ਉਸ ਦਿਨ ਉਹ ਵਾਪਸ ਆਏ ਸੀ। ਐਂਡ ਫਿਰ ਉਹ 3 ਇੰਪੋਰਟੈਂਟ ਸੱਤਿਆਗ੍ਰਹਿ ਦੇ ਵਿੱਚ ਇਨਵੋਲਵ ਹੋ ਜਾਂਦੇ ਆ। ਇੱਕ ਸੱਤਿਆਗ੍ਰਹਿ ਚੰਪਾਰਨ ਸੱਤਿਆਗ੍ਰਹਿ ਜੋ ਬਿਹਾਰ ਦੇ ਵਿੱਚ ਹੈ। ਇੱਥੇ ਮੁੱਦਾ ਬੇਸਿਕਲੀ ਚੰਪਾਰਨ 'ਚ ਇਹ ਹੁੰਦਾ ਹੈ ਕਿ ਜਿਹੜੇ ਇੱਥੇ ਪੀਜ਼ੈਂਟ ਹੈਗੇ ਹੈ, ਇੱਥੇ ਨਾ 3 ਕੱਥੀਆ ਸਿਸਟਮ ਚੱਲਦਾ ਹੁੰਦਾ। 3 ਕੱਥੀਆ ਸਿਸਟਮ ਦੇ ਵਿੱਚ ਕੀ ਹੈ ਕਿ ਅੰਗਰੇਜ਼ ਕੀ ਕਰਦੇ, ਉਹ ਕਹਿੰਦੇ ਕਿ ਤੁਸੀਂ ਆਪਦੀ ਫੀਲਡ ਦਾ ਨਾ 3/20 ਹਿੱਸਾ ਜਿਹੜਾ ਹੈਗਾ ਇੰਡੀਗੋ ਨੂੰ ਦਿਓ ਐਂਡ ਬਾਕੀ ਤੁਸੀਂ ਜੋ ਮਰਜ਼ੀ ਪਲਾਂਟਸ ਗਰੋ ਕਰੋ। ਲੇਕਿਨ ਉਹਦੇ ਵਿੱਚ ਕੀ ਇਸ਼ੂ ਆਉਂਦਾ ਹੈ ਕਿ ਜਦੋਂ ਸਿੰਥੈਟਿਕ ਡਾਈ ਬਣ ਜਾਂਦੀ ਹੈ ਯੂਰਪ ਦੇ ਵਿੱਚ ਤਾਂ ਫਿਰ ਇਹ ਹੈ ਨਾ ਉਹ ਲੈਣਾ ਬੰਦ ਕਰ ਦਿੰਦੇ ਅਤੇ ਵਿਦਆਊਟ ਪੇਇੰਗ ਦੈਮ ਐਨੀ ਕੰਪਨਸੇਸ਼ਨ। ਤਾਂ ਇਹਦੇ ਅਗੇਂਸਟ ਆਵਾਜ਼ ਚੱਕਦੇ ਗਾਂਧੀ ਜੀ। ਉਸ ਤੋਂ ਬਾਅਦ 2 ਸੱਤਿਆਗ੍ਰਹਿ ਗੁਜਰਾਤ ਦੇ ਵਿੱਚ ਹੁੰਦੇ 1918 ਦੇ ਵਿੱਚ। ਇੱਕ ਤਾਂ ਹੁੰਦਾ ਖੇੜਾ ਸੱਤਿਆਗ੍ਰਹਿ ਅਤੇ ਦੂਜਾ ਹੁੰਦਾ ਅਹਿਮਦਾਬਾਦ 'ਚ ਸੱਤਿਆਗ੍ਰਹਿ। ਖੇੜਾ ਦੇ ਵਿੱਚ ਜਿਹੜਾ ਸੱਤਿਆਗ੍ਰਹਿ ਹੁੰਦਾ ਉਹ ਫਾਰਮਰ ਮੂਵਮੈਂਟ ਹੁੰਦੀ ਹੈ। ਖੇੜਾ ਇੱਕ ਵਿਲੇਜ ਹੈਗਾ ਜਿਵੇਂ ਚੰਪਾਰਨ ਹੈ। ਲੇਕਿਨ ਅਹਿਮਦਾਬਾਦ ਇੱਕ ਇੰਡਸਟਰੀਅਲ ਟਾਊਨ ਹੈ, ਟੈਕਸਟਾਈਲ ਇੰਡਸਟਰੀ ਚੱਲਦੀ ਹੈ। ਤਾਂ ਇੱਥੇ ਜਿਹੜੀ ਮੂਵਮੈਂਟ ਹੁੰਦੀ ਉਹ ਲੇਬਰ ਮੂਵਮੈਂਟ ਹੁੰਦੀ ਹੈ। ਤਾਂ ਉਹਦੇ ਵਿੱਚ ਵੀ ਗਾਂਧੀ ਜੀ ਪਾਰਟੀਸਪੇਟ ਕਰਦੇ ਹਨ। ਬਹੁਤ ਹੀ ਜੋ ਹੈ ਸਕਸੈਸਫੁਲ ਰਹਿੰਦੇ ਹੈ, ਆਪਦੇ ਆਈਡੀਆਜ਼ ਨੂੰ ਇੰਪਲੀਮੈਂਟ ਕਰਦੇ ਹੈ, ਜੋ ਬਹੁਤ ਹੀ ਅੱਛੀ ਚੀਜ਼ ਦੇਖਣ ਨੂੰ ਮਿਲਦੀ ਹੈ ਇੰਡੀਆ ਲਈ। ਫਿਰ 1919 ਦੇ ਵਿੱਚ ਨਾ ਇੱਕ ਰੋਇਲਟ ਐਕਟ ਪਾਸ ਕੀਤਾ ਜਾਂਦਾ ਹੈ ਬ੍ਰਿਟਿਸ਼ ਸਰਕਾਰ ਵੱਲੋਂ ਕਿਉਂਕਿ ਜਦੋਂ ਵਰਲਡ ਵਾਰ 1 ਖਤਮ ਹੁੰਦੀ ਹੈ ਉਸ ਤੋਂ ਬਾਅਦ ਤੁਹਾਨੂੰ ਪਤਾ ਐਨਆਰਕੀ ਬਹੁਤ ਜ਼ਿਆਦਾ ਫੈਲਣ ਦੇ ਚਾਂਸਿਸ ਹੁੰਦੇ ਹੈ। ਰਸ਼ੀਅਨ ਰੈਵੋਲੂਸ਼ਨ ਦੇ ਆਈਡੀਆਜ਼ ਇੰਡੀਆ ਦੇ ਵਿੱਚ ਐਂਟਰ ਕਰ ਰਹੇ ਹੁੰਦੇ ਹੈ। ਤੋ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੁੰਦੀ ਹੈ ਉਹਨੂੰ ਡਰ ਹੁੰਦਾ ਕਿ ਕਿਤੇ ਸਾਡੇ ਵੀ ਇੱਥੇ ਇੱਦਾਂ ਦੀਆਂ ਮੂਵਮੈਂਟਸ ਨਾ ਸ਼ੁਰੂ ਹੋ ਜਾਣ। ਤਾਂ ਫਿਰ ਇੱਕ ਕਾਨੂੰਨ ਪਾਸ ਕਰਦੇ ਜਿਹਨੂੰ ਐਨਆਰਕੀਅਲ ਐਂਡ ਰੈਵੋਲੂਸ਼ਨਰੀ ਕ੍ਰਾਈਮ ਐਕਟ ਪ੍ਰੀਵੈਂਸ਼ਨ ਐਕਟ ਕਿਹਾ ਜਾਂਦਾ, ਜਿਹਨੂੰ ਫੇਮਸਲੀ ਰੋਇਲਟ ਐਕਟ ਕਿਹਾ ਜਾਂਦਾ ਹੈ। ਉਹ ਪਾਸ ਕਰਦੇ ਹੈ। ਲੇਕਿਨ ਰੋਇਲਟ ਐਕਟ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੁੰਦੀ ਹੈ ਕਿ ਇਹਦੇ ਅੰਦਰ ਤੁਸੀਂ ਕੋਈ ਲਾਇਰ ਨਹੀਂ ਕਰ ਸਕਦੇ। ਤੁਹਾਨੂੰ ਬਿਨਾਂ ਦੱਸੇ ਬਿਨਾਂ ਵਾਰੰਟ ਤੋਂ ਤੁਹਾਨੂੰ ਅਰੈਸਟ ਕਰ ਲਿੱਤਾ ਜਾਊਗਾ। ਬੇਸਿਕਲੀ ਨੋ ਦਲੀਲ, ਨੋ ਵਕੀਲ ਅਤੇ ਨੋ ਅਪੀਲ ਦਾ ਆਈਡੀਆ ਰੋਇਲਟ ਸੱਤਿਆਗ੍ਰਹਿ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਲੇਕਿਨ ਰੋਇਲਟ ਸੱਤਿਆਗ੍ਰਹਿ ਫਿਰ ਕਿਉਂਕਿ ਇਹਦੇ ਖਿਲਾਫ ਗਾਂਧੀ ਜੀ ਆਵਾਜ਼ ਚੱਕਦੇ ਕਿ ਆਪਾਂ ਇਹਨੂੰ ਕੰਟੈਸਟ ਕਰਨਾ ਹੈ ਐਂਡ ਇੱਕ ਸੱਤਿਆਗ੍ਰਹਿ ਲਾਂਚ ਕੀਤਾ ਜਾਂਦਾ ਹੈ। ਲੇਕਿਨ ਅਨਫੋਰਚੂਨੇਟਲੀ ਇਹ ਸੱਤਿਆਗ੍ਰਹਿ ਦੇ ਵਿੱਚ ਇੱਕ ਬਹੁਤ ਹੀ ਗੰਦਾ ਭਾਣਾ ਵਰਤਦਾ। ਅੰਮ੍ਰਿਤਸਰ ਦੇ ਵਿੱਚ ਸੱਤਿਆਗ੍ਰਹਿ ਦੀ ਮੂਵਮੈਂਟ ਚੱਲ ਰਹੀ ਹੁੰਦੀ ਹੈ, ਅੰਗਰੇਜ਼ ਹਮਲਾ ਕਰ ਦਿੰਦੇ ਹੈ ਐਂਡ ਹਫ਼ਤੇ ਬਾਅਦ ਇੱਕ ਬਹੁਤ ਭਿਆਨਕ ਜਿਹੜੀ ਹੈ ਟ੍ਰੈਜਡੀ ਹੁੰਦੀ ਹੈ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਵਿੱਚ 13 ਅਪ੍ਰੈਲ 1919 ਨੂੰ।
ਉਸ ਤੋਂ ਬਾਅਦ ਗਾਂਧੀ ਜੀ ਦੇ ਪ੍ਰੈਸ਼ਰ ਹੁੰਦਾ ਹੈ ਕਿ ਤੁਸੀਂ ਕਿਸੇ ਤਰੀਕੇ ਨਾਲ ਕੋਈ ਬਹੁਤ ਲਾਰਜ ਸਕੇਲ ਮੂਵਮੈਂਟ ਲਾਂਚ ਕਰੋ, ਐਂਡ 1920 ਦੇ ਵਿੱਚ ਤੇ 21 ਦੇ ਵਿੱਚ ਗਾਂਧੀ ਜੀ ਜਿਹੜੇ ਹੈ ਫਾਈਨਲੀ ਨਾਨ ਕੋਆਪਰੇਸ਼ਨ ਮੂਵਮੈਂਟ ਦਾ ਹੁਲਾਰਾ ਦਿੰਦੇ ਹੈ। ਨਾਨ ਕੋਆਪਰੇਸ਼ਨ ਮੂਵਮੈਂਟ ਦੇ ਨਾਲ ਖਿਲਾਫਤ ਮੂਵਮੈਂਟ ਵੀ ਐਸੋਸੀਏਟ ਹੋ ਜਾਂਦੀ ਹੈ। ਬੇਸਿਕਲੀ ਜਿਹੜੀ ਖਿਲਾਫਤ ਮੂਵਮੈਂਟ ਹੁੰਦੀ ਹੈ ਮੁਸਲਮਾਨਾਂ ਦੀ ਮੂਵਮੈਂਟ ਹੁੰਦੀ ਹੈ, ਜਿਹਦੇ ਵਿੱਚ ਮੁਸਲਮਾਨ ਲੋਕ ਜਿਹੜੇ ਆ ਉਹ ਚਾਹੁੰਦੇ ਆ ਕਿ ਅਸੀਂ ਆਪਣਾ ਖਲੀਫਾ ਨਹੀਂ ਜਿਹੜਾ ਲੂਜ਼ ਕਰਨਾ, ਕਿਉਂਕਿ ਖਲੀਫਾ ਉਹਨਾਂ ਲਈ ਬਹੁਤ ਇੰਪੋਰਟੈਂਟ ਜੋ ਇੰਸਟੀਟਿਊਸ਼ਨ ਹੁੰਦਾ, ਲੇਕਿਨ ਖਲੀਫਾ ਦੇ ਇੰਸਟੀਟਿਊਸ਼ਨ ਨੂੰ ख़त्म ਕਰਨ ਦੀ ਚਾਲ ਜਿਹੜੀ ਅੰਗਰੇਜ਼ੀ ਹਕੂਮਤ ਦੀ ਰਹਿੰਦੀ ਹੈ, ਪੂਰੀ ਦੁਨੀਆ ਦੇ ਵਿੱਚ ਹੀ ਰਹਿੰਦੀ ਹੈ। ਤੋ ਇੰਡੀਆ ਦੇ ਵਿੱਚ ਵੀ ਉਸ ਮੂਵਮੈਂਟ ਦਾ ਨਾ ਦੇਖਣ ਨੂੰ ਮਿਲਦਾ ਹੈ। ਫਿਰ ਫਾਈਨਲੀ 1928 ਦੇ ਵਿੱਚ ਜਾ ਕੇ 7-8 ਸਾਲਾਂ ਦੇ ਆਲਮੋਸਟ ਗੈਪ ਤੋਂ ਬਾਅਦ ਗਾਂਧੀ ਜੀ ਦੁਬਾਰਾ ਐਕਟਿਵ ਹੁੰਦੇ, ਜਦੋਂ ਬਾਰਦੋਲੀ ਦੇ ਵਿੱਚ ਸੱਤਿਆਗ੍ਰਹਿ ਹੁੰਦਾ। ਇਹ ਸੱਤਿਆਗ੍ਰਹਿ ਦਾ ਜਿਹੜਾ ਲੀਡਰ ਹੈ ਉਹ ਆਪਣੇ ਸਰਦਾਰ ਵੱਲਭ ਭਾਈ ਪਟੇਲ ਹੁੰਦੇ ਆ, ਜਿਹੜੇ ਇੰਡੀਆ ਦੇ ਪਹਿਲੇ ਹੋਮ ਮਿਨਿਸਟਰ ਤੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਬਣਨਗੇ, ਜਿਨ੍ਹਾਂ ਨੂੰ ਆਪਾਂ ਆਇਰਨ ਮੈਨ ਆਫ ਇੰਡੀਆ ਕਹਿੰਦੇ ਆ। 1929 ਦੇ ਵਿੱਚ ਇੱਕ ਬਹੁਤ ਵੱਡੀ ਡਿਬੇਟ ਚੱਲਦੀ ਹੈ, ਕਿਉਂਕਿ ਇਸ ਡਿਬੇਟ ਦਾ ਮੇਨ ਮੁੱਦਾ, ਮੇਨ ਰੀਜ਼ਨ ਕ੍ਰਾਂਤੀਕਾਰੀਜ਼ ਹੁੰਦੇ ਆ, ਜਿਵੇਂ ਭਗਤ ਸਿੰਘ ਹੋ ਗਿਆ, ਕਿਉਂਕਿ ਹੁਣ ਤੱਕ ਗੱਲਾਂ ਸਿਰਫ ਸਵਰਾਜ ਜਾਂ ਡੋਮੀਨੀਅਨ ਸਟੇਟਸ ਦੀਆਂ ਚੱਲਦੀਆਂ ਸੀ, ਲੇਕਿਨ 1929 ਦੇ ਵਿੱਚ ਇੱਕ ਗੱਲ ਚੱਲਦੀ ਕਿ ਆਪਾਂ ਸਵਰਾਜ ਦੀ ਗੱਲ ਨਹੀਂ ਕਰਨੀ, ਆਪਾਂ ਪੂਰਨ ਸਵਰਾਜ ਦੀ ਗੱਲ ਕਰਨੀ ਹੈ। ਇਸ ਪੂਰੇ ਆਈਡੀਆ ਦੇ ਪਿੱਛੇ ਯੰਗ ਬ੍ਰਿਗੇਡ ਆਫ ਕਾਂਗਰਸ ਜਿਵੇਂ ਜਵਾਹਰ ਲਾਲ ਨਹਿਰੂ ਤੇ ਸੁਭਾਸ਼ ਚੰਦਰ ਬੋਸ ਦਾ ਬੜਾ ਇੰਪੋਰਟੈਂਟ ਰੋਲ ਰਿਹਾ ਹੈ। ਐਂਡ ਪ੍ਰੈਸ਼ਰ ਪੈਂਦਾ ਕਿ ਕਾਂਗਰਸ ਜੋ ਹੈ ਉਹ ਆਪਣੇ ਆਈਡੀਆਜ਼ ਨੂੰ ਚੇਂਜ ਕਰੇ ਐਂਡ ਪੂਰਨ ਸਵਰਾਜ ਦਾ ਨਾਰਾ ਲਾਵੇ। ਫਾਈਨਲੀ 1929 ਦੇ ਵਿੱਚ ਦਸੰਬਰ ਦੇ ਵਿੱਚ ਜਦੋਂ ਸੈਸ਼ਨ ਹੁੰਦਾ ਲਾਹੌਰ ਕਾਂਗਰਸ ਦਾ, ਤਾਂ 1929 'ਚ ਇਹ ਪੂਰਨ ਸਵਰਾਜ ਦਾ ਨਾਰਾ ਲਾ ਦਿੱਤਾ ਜਾਂਦਾ ਹੈ। ਐਂਡ ਗਾਂਧੀ ਜੀ ਨੂੰ ਇਹ ਜੋ ਹੈ ਆਥੋਰਾਈਜ਼ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਅੰਗਰੇਜ਼ੀ ਹਕੂਮਤ ਦੇ ਖਿਲਾਫ ਕੋਈ ਨਾ ਕੋਈ ਇੱਕ ਮੂਵਮੈਂਟ ਲਾਂਚ ਕਰੋ, ਜਿਹਨੂੰ ਸਿਵਲ ਡਿਸਓਬੀਡੀਐਂਸ ਮੂਵਮੈਂਟ ਕਹਿੰਦੇ ਆ। ਇਸ ਮੂਵਮੈਂਟ ਦਾ ਮੁੱਦਾ ਗਾਂਧੀ ਜੀ ਨਮਕ ਨੂੰ ਬਣਾਉਂਦੇ ਆ, ਸਾਲਟ ਨੂੰ ਬਣਾਉਂਦੇ ਆ, ਕਿ ਸਾਲਟ ਦਾ ਅਸੀਂ ਟੈਕਸ ਜਿਹੜਾ ਹੈ ਨਹੀਂ ਦੇਵਾਂਗੇ, ਕਿਉਂਕਿ ਸਾਲਟ ਇੱਕ ਬਹੁਤ ਬੇਸਿਕ ਚੀਜ਼ ਹੈ ਐਂਡ ਗਰੀਬ ਲੋਕ ਸਾਲਟ ਨੂੰ ਕੰਜ਼ਿਊਮ ਕਰਦੇ ਆ, ਤਾਂ ਅਸੀਂ ਉਸ 'ਤੇ ਟੈਕਸ ਨਹੀਂ ਦੇਵਾਂਗੇ। ਐਂਡ ਇੱਕ ਦਾਂਡੀ ਮਾਰਚ ਜੋ ਗੁਜਰਾਤ ਦੇ ਵਿੱਚ ਮਾਰਚ ਟੂ ਅਪ੍ਰੈਲ ਕੀਤੀ ਜਾਂਦੀ ਹੈ, ਇੱਥੇ 78 ਸੱਤਿਆਗ੍ਰਹਿੀ ਨੂੰ ਲੈ ਕੇ ਗਾਂਧੀ ਜੀ ਆਪਣਾ ਮਾਰਚ ਕਰਦੇ ਆ। ਇਹ ਮੂਵਮੈਂਟ ਇੰਨੀ ਪ੍ਰੈਸ਼ਰ ਪਾ ਦਿੰਦੀ ਹੈ ਅੰਗਰੇਜ਼ੀ ਹਕੂਮਤ 'ਤੇ ਕਿ ਅੰਗਰੇਜ਼ੀ ਹਕੂਮਤ ਨੂੰ ਜੋ ਹੈ ਪ੍ਰੈਸ਼ਰ 'ਚ ਆ ਕੇ ਇਰਵਿਨ ਉਹਨਾਂ ਦਾ ਉਸ ਟਾਈਮ 'ਤੇ ਗਵਰਨਰ ਜਨਰਲ ਅਤੇ ਵਾਈਸਰੋਏ ਹੁੰਦਾ ਹੈ, ਉਹਦੇ ਨਾਲ ਗਾਂਧੀ ਜੀ ਨੂੰ ਗੱਲ ਵੀ ਕਰਨੀ ਪੈਂਦੀ ਹੈ। ਦੇਖੋ ਗਾਂਧੀ ਜੀ ਹਮੇਸ਼ਾ ਕਹਿੰਦੇ ਸੀ ਫਸਟ ਦੇ ਲਾਫ ਐਟ ਯੂ, ਦੈਨ ਦੇ ਲਿਸਨ ਟੂ ਯੂ ਐਂਡ ਦੈਨ ਫਾਈਨਲੀ ਯੂ ਵਿਨ। ਮਤਲਬ ਪਹਿਲਾਂ ਤੁਹਾਡੇ 'ਤੇ ਹੱਸਣਗੇ, ਫਿਰ ਤੁਹਾਡੇ ਨਾਲ ਗੱਲ ਕਰਨਗੇ ਐਂਡ ਫਿਰ ਜਾ ਕੇ ਤੁਹਾਡੀ ਗੱਲ ਸੁਣਨਗੇ। ਤੋ ਦੀ ਆਈਡੀਆ ਵਾਜ਼ ਕਿ ਲਾਰਡ ਇਰਵਿਨ ਨਾਲ ਫਾਈਨਲੀ ਨਾ ਗੱਲ ਕਰਨੀ ਪੈਂਦੀ ਹੈ, ਤਾਂ ਗਾਂਧੀ ਜੀ ਇਰਵਿਨ ਨਾਲ ਗੱਲ ਕਰਦੇ ਆ। ਲੇਕਿਨ ਇਸ ਗੱਲਾਂ ਦੇ ਵਿੱਚ ਕੁਝ ਚੀਜ਼ਾਂ ਪੋਜ਼ੀਟਿਵ ਵੀ ਨਿਕਲ ਕੇ ਆਉਂਦੀਆਂ, ਜਿਵੇਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਨੂੰ ਸਸਪੈਂਡ ਕਰ ਦਿੱਤਾ ਜਾਂਦਾ, ਰਾਊਂਡ ਟੇਬਲ ਕਾਨਫਰੰਸ ਨੂੰ ਅਟੈਂਡ ਕਰਨ ਦੀ ਹਾਂ ਭਰ ਦਿੱਤੀ ਜਾਂਦੀ ਹੈ। ਲੇਕਿਨ ਇੱਕ ਨੈਗੇਟਿਵ ਗੱਲ ਇਹਦੇ ਵਿੱਚ ਇਹ ਦੇਖਣ ਨੂੰ ਮਿਲਦੀ ਹੈ ਕਿ ਇਸ ਇਰਵਿਨ ਪੈਕਟ ਤੋਂ ਜਸਟ 20-25 ਦਿਨ ਬਾਅਦ ਹੀ ਜਾ ਕੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤਿੰਨਾਂ ਨੂੰ ਫਾਂਸੀ ਦੀ ਜਿਹੜੀ ਹੈ ਐਗਜ਼ੀਕਿਊਸ਼ਨ ਜਿਹੜੀ ਹੈ ਉਹ ਕੰਪਲੀਟ ਕਰ ਦਿੱਤੀ ਜਾਂਦੀ ਹੈ। ਤੋ ਇਰਵਿਨ ਪੈਕਟ ਦੇ ਉੱਪਰ ਬਹੁਤ ਜ਼ਿਆਦਾ ਡਿਬੇਟ ਚੱਲਦੀ ਹੈ ਕਿ ਗਾਂਧੀ ਜੀ ਕੋਲੇ ਪਾਵਰ ਸੀਗੀ, ਉਹ ਭਗਤ ਸਿੰਘ ਨੂੰ ਬਚਾ ਸਕਦੇ ਸੀਗੇ, ਲੇਕਿਨ ਇਵੈਂਚੁਅਲੀ ਉਹ ਚੀਜ਼ ਨਹੀਂ ਪੋਸੀਬਲ ਹੋ ਪਾਈ। ਤਾਂ ਉਹ ਇਸ ਕਰਕੇ ਥੋੜ੍ਹਾ ਜਿਹਾ ਇਹ ਡਿਬੇਟ ਰਹਿੰਦਾ ਹੈ। ਫਿਰ 1935 ਦੇ ਵਿੱਚ ਜੋ ਵੀ ਰਾਊਂਡ ਟੇਬਲ ਕਾਨਫਰੰਸ ਜਿਹੜੀਆਂ ਲੰਡਨ ਦੇ ਵਿੱਚ ਹੋ ਰਹੀਆਂ, ਉਹ ਸਾਰੀਆਂ ਰਾਊਂਡ ਟੇਬਲ ਕਾਨਫਰੰਸ ਦਾ ਅਤੇ ਸਾਈਮਨ ਕਮਿਸ਼ਨ ਦੀ ਰਿਪੋਰਟ ਦਾ, ਇਹ ਸਾਰਿਆਂ ਦਾ ਇੱਕ ਵਾਈਟ ਪੇਪਰ ਬਣਦਾ ਹੈ। ਇਵੈਂਚੁਅਲੀ ਉਸ ਵਾਈਟ ਪੇਪਰ ਨੂੰ ਬ੍ਰਿਟਿਸ਼ ਸਰਕਾਰ ਇੱਕ ਲਾਅ ਦੇ ਫਾਰਮੈਟ 'ਚ ਪਾਸ ਕਰਦੀ ਹੈ, ਜਿਹਨੂੰ ਬਹੁਤ ਫੇਮਸਲੀ ਗਵਰਨਮੈਂਟ ਆਫ ਇੰਡੀਆ ਐਕਟ 1935 ਕਿਹਾ ਜਾਂਦਾ ਹੈ। ਇਨਫੈਕਟ ਇੰਡੀਆ ਦਾ ਕੌਨਸਟੀਟਿਊਸ਼ਨ ਅਗਰ ਆਪਾਂ ਦੇਖੀਏ ਤਾਂ 75% ਆਫ ਦਾ ਕੌਨਸਟੀਟਿਊਸ਼ਨ ਕਿਤੇ ਨਾ ਕਿਤੇ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਇੰਸਪਾਇਰਡ ਹੈ। ਹਾਲ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਇਹ ਐਕਟ ਕਦੇ ਵੀ ਪਾਵਰ 'ਚ ਨਹੀਂ ਆਇਆ, ਕਿਉਂਕਿ ਜਦੋਂ ਇਹ ਐਕਟ ਪਾਵਰ 'ਚ ਆਉਣਾ ਸੀਗਾ ਉਸ ਤੋਂ ਜਸਟ ਪਹਿਲਾਂ ਵਰਲਡ ਵਾਰ 2 ਹੋ ਜਾਂਦੀ ਹੈ ਐਂਡ ਇੰਡੀਆ 'ਚ ਡਿਫੈਂਸ ਆਫ ਇੰਡੀਆ ਐਕਟ ਆ ਜਾਂਦਾ ਹੈ। ਐਂਡ ਵਰਲਡ ਵਾਰ 2 ਦੇ ਖ਼ਤਮ ਹੋਣ ਤੋਂ ਬਾਅਦ ਇੰਡੀਆ ਨੂੰ ਆਜ਼ਾਦੀ ਮਿਲਣ ਦੇ ਚਾਂਸਸ ਬਣ ਜਾਂਦੇ ਆ, ਤਾਂ ਇਸ ਕਰਕੇ ਇੱਕ ਕੌਨਸਟੀਟਿਊਐਂਟ ਅਸੈਂਬਲੀ ਆ ਜਾਂਦੀ ਹੈ, ਤਾਂ ਇੰਡੀਆ ਦਾ ਇੱਕ ਨਵਾਂ ਕੌਨਸਟੀਟਿਊਸ਼ਨ ਲਿਖਣ ਦੀ ਗੱਲ ਚੱਲਦੀ ਹੈ। ਸੋ ਬੜਾ ਇੰਟਰਸਟਿੰਗ ਹੈ ਕਿ ਐਕਟ ਤਾਂ ਲਿਆਏ ਗਏ, ਲੇਕਿਨ ਇਹਦੀ ਇੰਪਲੀਮੈਂਟੇਸ਼ਨ ਇੰਨੀ ਜ਼ਿਆਦਾ ਨਹੀਂ ਹੋਈ। ਫਾਈਨਲੀ ਕਾਂਗਰਸ ਮਿਨਿਸਟਰੀਜ਼ ਜਦੋਂ ਵਰਲਡ ਵਾਰ 2 ਦੇ ਵਿੱਚ ਕਾਂਗਰਸ ਨੂੰ ਨਹੀਂ ਪੁੱਛਿਆ ਜਾਂਦਾ ਤਾਂ ਰਿਜ਼ਾਈਨ ਕਰ ਦਿੰਦੀ ਹੈ, ਐਂਡ ਇਵੈਂਚੁਅਲੀ ਗਾਂਧੀ ਜੀ ਦੇ ਪਿੱਛੇ ਲੱਗ ਜਾਂਦੇ ਕਿ ਅਸੀਂ ਕੋਈ ਬਹੁਤ ਲਾਰਜ ਸਕੇਲ ਮੂਵਮੈਂਟ ਕਰਾਂਗੇ। ਐਂਡ ਫਾਈਨਲੀ ਕੁਇਟ ਇੰਡੀਆ ਮੂਵਮੈਂਟ 1942 ਦੇ ਵਿੱਚ ਗਾਂਧੀ ਜੀ ਦੇ ਅੰਡਰ ਜਿਹੜੀ ਥਰਡ ਮੂਵਮੈਂਟ ਹੈ, ਦੇਖੋ ਸਭ ਤੋਂ ਪਹਿਲਾਂ ਨਾਨ ਕੋਆਪਰੇਸ਼ਨ ਹੁੰਦੀ 1920 ਦੇ ਵਿੱਚ, ਫਿਰ ਸਿਵਲ ਡਿਸਓਬੀਡੀਐਂਸ ਹੁੰਦੀ ਹੈ ਐਂਡ ਫਾਈਨਲੀ ਕੁਇਟ ਇੰਡੀਆ ਮੂਵਮੈਂਟ ਲਾਂਚ ਕੀਤੀ ਜਾਂਦੀ ਹੈ, ਜੋ ਉਹਨੂੰ ਅਗਸਤ ਕ੍ਰਾਂਤੀ ਵੀ ਕਿਹਾ ਜਾਂਦਾ ਹੈ। ਇਹ ਮੂਵਮੈਂਟ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਹੈ ਫਰੋਮ ਅਦਰ ਮੂਵਮੈਂਟਸ ਆਫ ਗਾਂਧੀ ਜੀ। ਇਹਦਾ ਰੀਜ਼ਨ ਇਹ ਹੈ ਕਿ ਜਿਹੜੀ ਪਹਿਲੀ 2 ਮੂਵਮੈਂਟ ਸੀਗੀਆਂ ਉਹਦੇ ਵਿੱਚ ਨੋਨ ਵਾਇਲੈਂਸ ਨਹੀਂ ਮਤਲਬ ਨੋਨ ਵਾਇਲੈਂਸ ਹੀ ਹੁੰਦਾ, ਜ਼ਿਆਦਾ ਕੋਈ ਵਾਇਲੈਂਸ ਦੇਖਣ ਨੂੰ ਨਹੀਂ ਮਿਲਦਾ, ਲੇਕਿਨ ਜਿਹੜੀ 1942 ਦੀ ਕੁਇਟ ਇੰਡੀਆ ਮੂਵਮੈਂਟ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕ੍ਰਾਂਤੀ ਦਾ ਵੀ ਐਲੀਮੈਂਟ ਦੇਖਣ ਨੂੰ ਮਿਲਦਾ, ਮਤਲਬ ਕਿਤੇ ਨਾ ਕਿਤੇ ਵਾਇਲੈਂਸ ਵੀ ਦੇਖਣ ਨੂੰ ਮਿਲਦਾ। ਅਗਰ ਆਪਾਂ ਔਨ ਗਰਾਊਂਡ ਦੀ ਗੱਲ ਕਰੀਏ ਤਾਂ ਜਿਵੇਂ ਟੈਲੀਗ੍ਰਾਫ ਲਾਈਨਸ ਨੂੰ ਤੋੜ ਦੇਣਾ, ਰੇਲਵੇ ਲਾਈਨਸ ਨੂੰ ਤੋੜ ਦੇਣਾ, ਪੁਲਿਸ ਜਿਹੜੇ ਕੋਈ ਥਾਣੇ ਹੈਗੇ ਆ ਉਹਨਾਂ 'ਤੇ ਅਟੈਕ ਕਰ ਦੇਣਾ, ਇੱਦਾਂ ਦੀਆਂ ਚੀਜ਼ਾਂ, ਅੰਡਰਗਰਾਊਂਡ ਵਰਕ ਚੱਲਦਾ ਪਿਆ
तो ये सारी चीज़ां देखने को मिलदियां। 1946 ਦੇ ਵਿੱਚ ਦੇਖੋ ਜਿੰਨਾ ਜੋ ਹੈ ਉਹਦੀ ਜਿਹੜੀ ਗੰਦੀ ਪੋਲੀਟਿਕਸ ਹੈ, ਕਮਿਊਨਲ ਪੋਲੀਟਿਕਸ ਹੈ, ਉਹ ਬਹੁਤ ਜ਼ਿਆਦਾ ਸਟਰੋਂਗਲੀ ਇੰਡੀਆ ਦੇ ਵਿੱਚ ਚੱਲ ਪੈਂਦੀ ਹੈ। ਪਾਰਟੀਸ਼ਨ ਦੀਆਂ ਗੱਲਾਂ ਚੱਲ ਪੈਂਦੀਆਂ ਐਂਡ ਪ੍ਰੈਸ਼ਰ ਪਾਉਣ ਵਾਸਤੇ ਬ੍ਰਿਟਿਸ਼ ਹਕੂਮਤ ਦੇ ਉੱਪਰ ਕਿ ਤੁਸੀਂ ਸਾਨੂੰ ਬਟਵਾਰਾ ਕਰੋ, ਸਾਨੂੰ ਪਾਕਿਸਤਾਨ ਅਲੱਗ ਕਰ ਦਿਓ। ਉਹਦੇ ਲਈ ਜਿਹੜਾ ਜਿੰਨਾ ਹੈ ਉਹ ਔਨ ਗਰਾਊਂਡ ਬੜਾ ਕੁਝ ਕਰਦਾ ਹੈ। ਜਿਵੇਂ ਫੋਰ ਐਗਜ਼ਾਮਪਲ ਬੰਗਾਲ ਦੇ ਵਿੱਚ ਇੱਕ ਏਰੀਆ ਹੈਗਾ, ਉੱਥੇ ਦੰਗੇ ਭੜਕਾਉਂਦਾ ਹੈ ਐਂਡ ਇਵੈਂਚੁਅਲੀ ਸਟਰੀਟਸ ਦੇ ਉੱਪਰ ਮੁਸਲਮਾਨ ਹਿੰਦੂ ਇੱਕ ਦੂਜੇ ਨੂੰ ਮਾਰਦੇ ਹੈ। ਐਂਡ ਜਦੋਂ ਇੰਡੀਆ ਆਜ਼ਾਦ ਹੁੰਦਾ ਉਦੋਂ ਵੀ ਦੰਗੇ ਚੱਲ ਰਹੇ ਹੁੰਦੇ ਹੈ। ਤੋ ਪੂਰਾ ਦੇਸ਼ ਤਾਂ ਇੰਜੋਏ ਕਰ ਰਿਹਾ ਹੈ, ਮਤਲਬ ਸੈਲੀਬ੍ਰੇਟ ਕਰ ਰਿਹਾ ਹੈ ਕਿ ਚਲੋ ਮਤਲਬ ਦੇਸ਼ ਆਜ਼ਾਦ ਹੋ ਗਿਆ, ਫਾਈਨਲੀ ਬ੍ਰਿਟਿਸ਼ ਚਲੇ ਗਏ। ਲੇਕਿਨ ਗਾਂਧੀ ਜੀ ਉਸ ਦਿਨ ਆਜ਼ਾਦੀ ਵਾਲੇ ਦਿਨ ਸੈਲੀਬ੍ਰੇਸ਼ਨ ਨਹੀਂ ਕਰਦੇ, ਆਲਦੋ ਉਹਨਾਂ ਨੇ ਸਾਰਾ ਐਫਰਟ ਆਜ਼ਾਦੀ 'ਤੇ ਲਗਾਇਆ। ਲੇਕਿਨ ਉਸ ਦਿਨ ਉਹ ਇੱਕ ਪਿੰਡ ਹੈਗਾ ਉੱਥੇ ਵੈਸਟ ਬੰਗਾਲ ਨੌਖਲੀ, ਉੱਥੇ ਜਾ ਕੇ ਜਿਹੜੇ ਰਾਈਟ ਅਫੈਕਟਡ ਲੋਕ ਹੈ ਉਹਨਾਂ ਨੂੰ ਮਿਲ ਕੇ ਸਾਂਤਵਨਾ ਦੇ ਰਿਹਾ ਜਾਂ ਉਹਨਾਂ ਨਾਲ ਐਂਪਥਾਈਜ਼ ਕਰ ਰਿਹਾ ਹੈ, ਇਹ ਰਹਿੰਦਾ ਹੈ। ਗਾਂਧੀ ਜੀ ਦਾ ਜਿਹੜਾ ਸੀ ਕਦੇ ਵੀ ਉਹ ਆਪਣੀ ਆ ਜਿਹੜੀ ਜਿਹੜੀ ਆਪਣੀ ਅਸੈਂਬਲੀ ਸੀਗੀ, ਕੌਂਸਟੀਟਿਊਂਟ ਅਸੈਂਬਲੀ, ਉਹਦੇ ਮੈਂਬਰ ਨਹੀਂ ਰਹੇ। ਉਹਨਾਂ ਨੇ ਹਮੇਸ਼ਾ ਇਹ ਸੋਚਿਆ ਕਿ ਪੋਲੀਟਿਕਸ, ਐਕਟਿਵ ਪੋਲੀਟਿਕਸ 'ਚ ਉਹ ਪਾਰਟੀਸਪੇਟ ਨਹੀਂ ਕਰਨਗੇ ਐਂਡ ਇਵੈਂਚੁਅਲੀ ਸਿਰਫ ਇੱਕ ਮੋਰਲ ਫੋਰਸ ਦੀ ਤਰ੍ਹਾਂ ਉਹ ਅਪੀਅਰ ਕਰਨਗੇ। ਗਾਂਧੀ ਜੀ ਦੇ ਆਈਡੀਆਜ਼ ਦੇ ਵਿੱਚ ਬੜੇ ਇੰਟਰਸਟਿੰਗ ਆਈਡੀਆਜ਼ ਹੈ, ਜਿਵੇਂ 7 ਸਿਨਸ ਆਫ ਗਾਂਧੀ ਜੀ, ਜਾਂ ਫਿਰ ਆਪਾਂ ਗੱਲ ਕਰ ਲਈਏ ਸੱਤਿਆਗ੍ਰਹਿ, ਜਿਹਨੂੰ ਮੋਰਲ ਫੋਰਸ ਕਹਿੰਦੇ ਸੀ ਇਹ। ਐਂਡ ਜਿਵੇਂ ਆਪਾਂ ਗੱਲ ਕਰਦੇ ਹਾਂ ਫਿਜ਼ੀਕਲ ਫੋਰਸ ਦੀ, ਮਤਲਬ ਥੋੜ੍ਹਾ ਜਿਹਾ ਐਫਰਟ ਵਾਲੀ ਫੋਰਸ ਦੀ, ਉਹ ਨਹੀਂ, ਮੋਰਲ ਫੋਰਸ ਚਾਹੀਦੀ ਹੈ। ਦੈਟ ਇਜ਼ ਵਾਟ ਗਾਂਧੀ ਜੀ ਆਲਵੇਜ਼ ਟਾਕਡ ਅਬਾਊਟ। ਗਾਂਧੀ ਜੀ ਰਾਮ ਰਾਜਿਆ ਦੀ ਗੱਲ ਕਰਦੇ ਸੀਗੇ, ਜਿਹਦੇ 'ਤੇ ਬੜੀ ਡਿਬੇਟ ਚੱਲਦੀ ਹੈ। ਲੇਕਿਨ ਰਾਮ ਰਾਜਿਆ ਦਾ ਬੇਸਿਕ ਮਤਲਬ ਹਿੰਦੂਇਜ਼ਮ ਨਾਲ ਕੋਈ ਰਿਲੇਸ਼ਨ ਨਹੀਂ ਹੈ। ਇਟ ਇਜ਼ ਅਬਾਊਟ ਗੁੱਡ ਗਵਰਨੈਂਸ, ਕਿ ਚੰਗੀ ਸਰਕਾਰਾਂ ਹੋਣੀਆਂ ਚਾਹੀਦੀਆਂ, ਐਥੀਕਲ ਸਰਕਾਰਾਂ ਹੋਣੀਆਂ ਚਾਹੀਦੀਆਂ। ਉਹਦੇ ਬਾਰੇ ਬਹੁਤ ਜ਼ਿਆਦਾ ਡਿਸਕਸ਼ਨ ਗਾਂਧੀ ਜੀ ਕਰਦੇ ਸੀ। ਐਂਡ ਮਹਾਤਮਾ ਗਾਂਧੀ ਜੀ ਦੇ ਹੋਰ ਬਾਕੀ ਬਹੁਤ ਇਹਨਾਂ ਨੇ ਬੁੱਕਸ ਪੜ੍ਹੀਆਂ, ਬੜੀ ਇੰਸਪੀਰੇਸ਼ਨਸ ਹੈ। ਇਹਨਾਂ ਨੇ ਫ੍ਰੈਂਚ ਫਿਲਾਸਫਰਸ ਪੜ੍ਹੇ ਹੈ, ਹੈਨਰੀ ਡੇਵਿਡ ਥੋਰੀਓ, ਰੋਜ਼ੋ, ਮਤਲਬ ਹੋਰ ਵੀ ਬਹੁਤ ਇਹਨਾਂ ਦੀਆਂ ਸੈਲੀਬ੍ਰੇਟਡ ਵਰਕਸ ਹੈਗੇ। ਇਹਨਾਂ ਦੇ ਆਪ ਦੀਆਂ ਕਿਤਾਬਾਂ, ਯੰਗ ਇੰਡੀਆ ਦੇ ਵਿੱਚ ਇਹਨਾਂ ਦੇ ਬਹੁਤ ਜ਼ਿਆਦਾ ਆਰਟੀਕਲਸ ਆਉਂਦੇ ਸੀ। ਤੋ ਹੀ ਇਜ਼ ਐਨ ਇੰਸਪੀਰੇਸ਼ਨ ਫॉर ਮੈਨੀ ਪੀਪਲ। ਬਟ ਅਗੇਨ ਜਿਹੜੇ ਇਸ ਲੈਵਲ 'ਤੇ ਲੋਕ ਪਹੁੰਚ ਜਾਂਦੇ ਆ, ਉਹਨਾਂ ਦੇ ਖਿਲਾਫ ਕੁਛ ਨਾ ਕੁਛ ਨੈਗੇਟਿਵ ਗੱਲਾਂ ਵੀ ਕੀਤੀਆਂ ਜਾਂਦੀਆਂ। ਸੋ ਮਹਾਤਮਾ ਗਾਂਧੀ ਜੀ ਐਜ਼ ਐਵਰੀ ਇੰਟੈਲੈਕਚੁਅਲ, ਐਵਰੀ ਹਾਈ ਰਾਈਜ਼ ਬੰਦਾ ਹੈ ਨਾ, ਉਹਦੀ ਡਿਬੇਟਸ ਹੁੰਦੀਆਂ, ਦੋ ਸਾਈਡਸ ਹੁੰਦੀਆਂ। ਤਾਂ ਇਹਨਾਂ ਦੇ ਵੀ ਦੋ ਸਾਈਡਸ ਦੇਖਣ ਨੂੰ ਮਿਲਦੀਆਂ। ਤੋ ਇਹ ਸੀ ਗਾਂਧੀ ਜੀ ਦੀ ਲਾਈਫ ਦੇ ਉੱਪਰ ਛੋਟਾ ਜਿਹਾ ਇੰਟਰੋ। ਮੇਰਾ ਨਾਮ ਮਨਿੰਦਰ ਹੈ ਐਂਡ ਅਗਰ ਤੁਹਾਨੂੰ ਇਹ ਅੱਛੀ ਲੱਗ ਰਹੀ ਹੈ ਵੀਡੀਓ, ਤਾਂ ਤੁਸੀਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਇਸ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਐਂਡ ਮੈਕਸੀਮਮ ਸ਼ੇਅਰ ਕਰਿਓ ਆਪਣੇ ਸਟੂਡੈਂਟਸ ਦੇ ਨਾਲ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।